1.5 ਸਾਲ ਤੋਂ ਪਤਾ ਲੱਗਿਆ ਸੀ ਵੀ ਇਹ ਬੱਚਾ ਸੁਣ ਨਹੀਂ ਸਕਦਾ। ਤੇ ਫਿਰ ਬਾਅਦ ਵਿੱਚ ਸਾਨੂੰ ਜਦੋਂ ਬੋਲਣ ਦਾ ਇਸ਼ਾਰਾ ਕੀਤਾ ਬੋਲ ਵੀ ਨਹੀਂ ਸੀ ਸਕਦਾ ਇਹ। ਬਹੁਤ ਜ਼ਿਆਦਾ ਮੁਸ਼ਕਲ ਹੋਈ ਕਿਉਂਕਿ ਬੱਚਾ ਬੋਲਦਾ ਨਹੀਂ ਸੀ। ਬਾਅਦ 'ਚ ਅਸੀਂ ਡੈਫ ਐਂਡ ਡੰਪ ਸਕੂਲ ਦੇਖਣੇ ਸ਼ੁਰੂ ਕੀਤੇ। ਫਿਰ ਇਹਨੂੰ ਪਟਿਆਲੇ 8 ਸਾਲ ਆਪ ਲੈ ਕੇ ਆਉਂਦੇ ਰਹੇ, ਆਪ ਛੱਡ ਕੇ ਆਉਂਦੇ ਰਹੇ। 9ਵੀਂ 10ਵੀਂ BA ਤੱਕ ਰੋਪੜ ਕੀਤੀ, ਫਿਰ DCA ਕੀਤੀ, ਫਿਰ ਅਸੀਂ ਇਹਨੂੰ DIT ਕਰਵਾਈ, ਫਿਰ ਉਸ ਤੋਂ ਬਾਅਦ ਟਾਈਪਿੰਗ ਇੰਗਲਿਸ਼ ਤੇ ਪੰਜਾਬੀ ਦੀ ਕਰਾਈ। ਪੁੱਤ ਪਾਲਿਆ ਤੇ ਵਿਆਹਿਆ 3 ਮਹੀਨੇ ਨੂੰ ਰਹੀ, ਪਰ ਉਹ ਵੀ ਤਲਾਕ ਦੇ ਕੇ ਚਲੀ ਗਈ, ਪਰ ਫਿਰ ਵੀ ਹੌਸਲਾ ਨਹੀਂ ਹਾਰਿਆ। हाँ जी सर, अपनी अपनी सोच होंगी। मतलब मैं वधिया एजुकेटेड फैमिली तो बिलोंग करती हूँ। मेरे फादर साहब ने मेरा बहुत ही ज़्यादा मतलब सहयोग नहीं कोई नहीं। पहला मेरे मम्मा नहीं सी मनते, वो कहते सी भी तू सानू लोग की कहणगे ना पढ़ा लिखा के कुड़ी भी तुसी सुੱਟਤੀ। मेरी सी मैं पापा नाल गल कीती ते मम्मी पापा नू मैं एग्री कीता। 1 महीने दे विच मैं इन्हां नाल मैरिज करवाई। ਅਸੀਂ ਇਹਦੀ ਪਰਵਰਿਸ਼ ਇੱਕ ਨਾਰਮਲ ਬੱਚੇ ਦੀ ਤਰ੍ਹਾਂ ਕਰਾਂਗੇ ਤੇ ਅੱਜ ਅਸੀਂ ਇਸ ਨੂੰ ਇਸ ਮੁਕਾਮ ਤੇ ਕਰ ਦਿੱਤਾ ਤੇ ਸਾਨੂੰ ਇੰਨਾ ਹੌਸਲਾ ਹੁੰਦਾ ਜਦੋਂ ਇਹ ਸਰਕਾਰੀ ਨੌਕਰੀ ਮਿਲ ਗਈ ਇਹਨੂੰ ਅਸੀਂ ਨੇ ਲਿਪ ਰੀਡਿੰਗ ਦਿੱਤੀ, ਦਵਾਈ ਤੇ ਸਪੀਚ ਦੀਆਂ ਕਲਾਸਾਂ ਲਵਾਈਆਂ ਕਿਉਂਕਿ ਅੱਜ ਕੱਲ੍ਹ ਇਹ ਮੇਰੀ ਸਾਰੀ ਬੋਲੀ ਬੁੱਲਾਂ ਤੋਂ ਪਛਾਣ ਲੈਂਦਾ, ਸਾਰੀ ਗੱਲ ਬੋਲ ਕੇ ਕਰ ਲੈਂਦਾ। मतलब कुछ भी आ एवरीथिंग ये मेरे एक सपोर्ट करती है, बहुत वधिया ने। शायद मैनू आवाज़ बोलने वाला भी इन्ना वधिया ना मिलता। एड्डियां बुलंदियां तुसीं लैके बड़ी मेहनत करनी पई। जो परमात्मा की कृपा है सारी, उन्हें ही बल दिता सानू सारा, जो कुछ करने जोगे उन्हें ही करने जोगे लाया करे। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਰਮੀਤ ਮਾਨ ਨਾਭਾ ਤੁਹਾਨੂੰ ਇੱਕ ਅਜਿਹੀ ਖਬਰ ਦਿਖਾ ਰਿਹਾ ਜਿੱਥੋਂ ਕਿ ਮਾਂ ਬਾਪ ਨੇ ਜਿਹੜੇ ਹੌਸਲਾ ਨਹੀਂ ਹਾਰਦੇ। ਇੱਕ ਪੁੱਤ ਆ, ਉਹਨੂੰ ਨਾ ਕੰਨਾਂ ਤੋਂ ਸੁਣਦਾ ਨਾ ਉਹ ਬੋਲ ਪਾਉਂਦਾ। ਨਾਭਾ ਬਲਾਕ ਦੇ ਪਿੰਡ ਭੋਜੋ ਮਾਜਰੀ ਦਾ ਪਿੰਡ ਆ ਜਿੱਥੋਂ ਕਿ ਛੋਟਿਆਂ ਹੁੰਦਿਆਂ ਹੀ ਮਾਂ ਪਿਤਾ ਨੇ ਬੜੀ ਮਿਹਨਤ ਕੀਤੀ, ਆਪਣੇ ਪੁੱਤ ਨੂੰ ਪੜ੍ਹਾਇਆ ਲਿਖਾਇਆ, ਜੋ ਕਿ ਪਟਿਆਲਾ ਦੇ ਵਿੱਚ ਪੜ੍ਹਾਉਣ ਲਈ ਜਾਂਦੇ ਤੇ ਦੋਨੋਂ। ਪਰ ਅੱਜ ਉਹ ਪੁੱਤ ਨੌਜਵਾਨ ਆ, ਪਰ ਅੱਜ ਵੀ ਉਹ ਆਪਣੇ ਜੋ ਕਾਰੋਬਾਰ ਦੇ ਕੰਮ ਨੇ ਉਹ ਸ਼ਹਿਰਾਂ ਦੇ ਨਾਲੇ ਕਰਦੇ ਨਜ਼ਰ ਆਉਂਦੇ ਨੇ। ਉਹਨਾਂ ਦੀ ਪਤਨੀ ਹੈ, ਧਰਮ ਪਤਨੀ ਹੈ, ਇੱਕ ਬੱਚਾ ਛੋਟਾ ਜਿਹਾ। ਉਹ ਸਾਰੇ ਸ਼ਹਿਰਾਂ ਦੇ ਨਾਲ, ਚਾਹੇ ਉਸਨੇ ਗੱਡੀ ਚਲਾਉਣੀ ਆ ਚਾਹੇ ਮੋਟਰਸਾਈਕਲ ਚਲਾਉਣਾ, ਪਰ ਉਹ ਸ਼ਹਿਰਾਂ ਦੇ ਨਾਲ ਸਾਰੀਆਂ ਗੱਲਾਂ ਸਮਝ ਪਾਉਂਦਾ। ਪਰ ਇਹ ਵੀ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਅਸੀਂ, ਬੜੀ ਮਿਹਨਤ ਦੇ ਸਦਕਾ ਇੱਕ ਜੰਗ ਜਿੱਤੀ ਆ। ਇਹ ਇੱਕ ਪਾਸੇ ਪਿਤਾ ਤੇ ਇੱਕ ਪਾਸੇ ਮਾਂ ਖੜੀ ਜਿਹੜੀ ਉਹ ਦਿਖਾਈ ਦੇ ਰਹੀ ਆ। ਆਪਣੇ ਪੁੱਤ ਨੂੰ ਪੜ੍ਹਾਇਆ ਲਿਖਾਇਆ ਵੀ, ਪਰ ਜਿਸ ਨੂੰ ਸੁਣਦਾ ਨਹੀਂ ਅਤੇ ਨਾ ਹੀ ਬੋਲ ਪਾਉਂਦਾ। ਪਰ ਅੱਜ ਵੀ ਉਹ ਪੂਰੀਆਂ ਬੁਲੰਦੀਆਂ 'ਤੇ ਆ, ਇੱਕ ਸਰਕਾਰੀ ਨੌਕਰੀ ਦੇ ਵਿੱਚ ਪੁੱਡਾ ਦੇ ਵਿੱਚ ਆ ਜਿਹੜਾ ਉਹ। ਅੱਜ ਵੀ ਇਹ ਨੌਜਵਾਨ ਆ ਜਿਹੜਾ ਸਰਕਾਰੀ ਨੌਕਰੀ ਕਰਦਾ, ਪੁੱਡਾ 'ਚ ਪਟਿਆਲੇ ਆ। ਉਸਦੀ ਪਤਨੀ ਤੇ ਪਤੀ ਪਤਨੀ ਦੋਨੋਂ ਸ਼ਹਿਰਾਂ ਦੇ ਵਿੱਚ ਗੱਲਾਂ ਕਰਦੇ ਨੇ ਕਿਸ ਤਰ੍ਹਾਂ ਗੱਡੀ 'ਤੇ ਜਾਣਾ ਜਾਂ ਮੋਟਰਸਾਈਕਲ 'ਤੇ ਜਾਣਾ। ਆਪਣੀ ਮਦਰ ਨੂੰ ਵੀ ਸ਼ਹਿਰ ਲਈ ਘਰੇਲੂ ਕੰਮਾਂ ਲਈ ਲੈ ਕੇ ਜਾਂਦਾ ਮੋਟਰਸਾਈਕਲ ਦੇ ਉੱਪਰ। ਅਸੀਂ ਉਹਨਾਂ ਦੀ ਮਦਰ ਨਾਲ ਗੱਲਬਾਤ ਕਰਾਂਗੇ। ਜਦੋਂ ਪਹਿਲਾ ਬੱਚਾ ਹੁੰਦਾ ਤਾਂ ਮਾਤਾ ਨੂੰ ਬੜਾ ਲਾਡ ਹੁੰਦਾ, ਬੜਾ ਚਾਅ ਹੁੰਦਾ, ਬੜਾ ਖੁਸ਼ੀਆਂ ਮਨਾਉਂਦੀ ਆ ਮਾਤਾ। ਪਰ ਜਦੋਂ ਥੋੜ੍ਹਾ ਜਿਹਾ ਵੱਡਾ ਹੁੰਦਾ ਤਾਂ ਉਹਨੂੰ ਪਤਾ ਲੱਗਦਾ ਵੀ ਨਾ ਇਹ ਬੋਲ ਪਾਉਂਦਾ ਨਾ ਇਹ ਸੁਣ ਪਾਉਂਦਾ। ਬਿਲਕੁਲ, ਕੀ ਨਾਮ ਹੈ ਜੀ ਤੁਹਾਡਾ? ਕੁਲਦੀਪ ਕੌਰ ਹੈ। ਕੁਲਦੀਪ ਕੌਰ ਜੀ, ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਤੁਸੀਂ ਛੋਟਾ ਬੱਚਾ ਪਾਲਿਆ, ਅੱਜ ਬੜਾ ਹੋਇਆ, ਵਿਆਹਿਆ ਵੀ ਗਿਆ ਤੇ ਸਰਕਾਰੀ ਨੌਕਰੀ 'ਤੇ ਵੀ ਆ? ਅਸੀਂ ਜੀ ਬਹੁਤ ਮਿਹਨਤ ਕੀਤੀ। ਪਹਿਲਾਂ ਇਹਨੂੰ ਜਦੋਂ ਸਾਨੂੰ ਪਤਾ ਲੱਗਿਆ 1.5 ਸਾਲ ਤੋਂ ਪਤਾ ਲੱਗਿਆ ਸੀ ਵੀ ਇਹ ਬੱਚਾ ਸੁਣ ਨਹੀਂ ਸਕਦਾ। ਤੇ ਫਿਰ ਬਾਅਦ ਵਿੱਚ ਸਾਨੂੰ ਜਦੋਂ ਬੋਲਣ ਦਾ ਇਸ਼ਾਰਾ ਕੀਤਾ ਬੋਲ ਵੀ ਨਹੀਂ ਸੀ ਸਕਦਾ ਇਹ। ਉਸ ਤੋਂ ਬਾਅਦ ਅਸੀਂ ਇਹਨੂੰ
ਪਾਲਿਆ। ਸਾਨੂੰ ਲੋਕਾਂ ਦੇ ਤਾਨੇ ਮਿਹਣੇ ਸੁਣਨੇ ਪਏ ਕਿਉਂਕਿ ਰਿਸ਼ਤੇਦਾਰਾਂ ਨੇ ਕਿਹਾ ਵੀ ਤੁਸੀਂ ਦੂਜਾ ਬੱਚਾ ਕਰ ਲਓ, ਪਰ ਅਸੀਂ ਦੋਨਾਂ ਜਾਣਿਆਂ ਨੇ ਆਪਦਾ ਇੱਕੋ ਬੱਚੇ ਤੇ ਸਟੈਂਡ ਰੱਖਿਆ। ਫਿਰ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਹੋਈ ਕਿਉਂਕਿ ਬੱਚਾ ਬੋਲਦਾ ਨਹੀਂ ਸੀ। ਬਾਅਦ 'ਚ ਅਸੀਂ ਡੈਫ ਐਂਡ ਡੰਬ ਸਕੂਲ ਦੇਖਣੇ ਸ਼ੁਰੂ ਕੀਤੇ। ਫਿਰ ਇਹਨੂੰ ਪਟਿਆਲੇ 8 ਸਾਲ ਆਪ ਲੈ ਕੇ ਆਉਂਦੇ ਰਹੇ, ਆਪ ਛੱਡ ਕੇ ਆਉਂਦੇ ਰਹੇ। ਉਸ ਤੋਂ ਬਾਅਦ ਇਹ ਬੱਚਾ ਹਰ ਵਾਰੀ ਮੈਡਲ ਲੈ ਕੇ ਆਉਂਦਾ ਸੀ, ਟਰੋਫੀ ਲੈ ਕੇ ਆਉਂਦਾ ਸੀ, ਬਹੁਤ ਜ਼ਿਆਦਾ ਹੁਸ਼ਿਆਰ ਸੀ, ਬਹੁਤ ਐਕਟਿਵ ਸੀ। ਉਸ ਤੋਂ ਬਾਅਦ ਫਿਰ ਇਸ ਨੂੰ ਅਸੀਂ 9ਵੀਂ ਵਿੱਚ ਖੰਨਾ ਸਕੂਲ 'ਚ ਲਾਇਆ। ਫਿਰ ਉੱਥੇ ਇਸ ਨੂੰ ਇਹ ਸਕੂਲ ਪਸੰਦ ਨਹੀਂ ਆਇਆ, ਖੰਨੇ ਵਾਲਾ। ਫਿਰ ਉਸ ਤੋਂ ਬਾਅਦ ਅਸੀਂ ਇਹਨੇ ਆਪਦੇ ਆਪ ਜਾ ਕੇ ਰੋਪੜ ਸਕੂਲ ਦੇਖਿਆ। ਇਹ ਜਿਹਨੇ ਤੁਹਾਡਾ ਕਹਿਣ ਦਾ ਭਾਵ ਆ ਵੀ ਆਪਦੇ ਆਪ ਹੀ ਰੋਪੜ ਗਏ, ਰੋਪੜ ਇਹਨੇ ਸਕੂਲ ਪਸੰਦ ਕੀਤਾ। ਹਾਂਜੀ, ਇਹਨਾਂ ਨੇ ਆਪ ਹੀ ਰੋਪੜ ਸਕੂਲ ਪਸੰਦ ਕੀਤਾ। ਉਸ ਤੋਂ ਬਾਅਦ ਇਹਨੇ 9ਵੀਂ 10ਵੀਂ BA ਤੱਕ ਰੋਪੜ ਕੀਤੀ, ਫਿਰ DCA ਕੀਤੀ, ਫਿਰ ਅਸੀਂ ਇਹਨੂੰ DIT ਕਰਵਾਈ, ਫਿਰ ਉਸ ਤੋਂ ਬਾਅਦ ਟਾਈਪਿੰਗ ਇੰਗਲਿਸ਼ ਤੇ ਪੰਜਾਬੀ ਦੀ ਕਰਾਈ। ਬਿਲਕੁਲ, ਜਦੋਂ ਇਹੋ ਜਿਹੇ ਬੱਚੇ ਆਉਂਦੇ ਨੇ ਘਰ ਦੇ ਵਿੱਚ, ਘਰ ਦੀਆਂ ਪ੍ਰੋਬਲਮਾਂ ਵੀ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਘਰ ਦੇ ਵਿੱਚ ਪੈਂਦਾ। ਕੋਈ ਅਜਿਹੀ ਮੁਸ਼ਕਲ ਤਾਂ ਨਹੀਂ ਤੁਹਾਨੂੰ ਦੇਖਣੀ ਪਈ ਜੋ ਕੋਈ ਗੁਜ਼ਾਰੇ ਪਤੋਂ ਘਰ ਦੀ ਆਮਦਨ ਸਾਡੇ ਕੋਲ ਬਹੁਤ ਘੱਟ ਸੀ, ਫਿਰ ਵੀ ਅਸੀਂ ਆਪਦਾ ਹੌਸਲਾ ਨਹੀਂ ਛੱਡਿਆ। ਇਸ ਕਰਕੇ ਅਸੀਂ ਦੂਜੇ ਬੱਚੇ ਦਾ ਚਾਂਸ ਵੀ ਨਹੀਂ ਲਿਆ। ਜਦੋਂ ਕਿ ਸਾਨੂੰ ਸਾਰੇ ਲੋਕ ਕਹਿੰਦੇ ਸੀ ਵੀ ਤੁਸੀਂ ਕਾਹਦੇ ਵਾਸਤੇ ਕੰਮ ਕਰਦੇ ਹੋ, ਜਦੋਂ ਇਹ ਕੁਝ ਬੋਲ ਨਹੀਂ ਸਕਦਾ, ਇਹ ਸੁਣ ਨਹੀਂ ਸਕਦਾ, ਪਰ ਅਸੀਂ ਨੇ ਕਿਹਾ ਵੀ ਅਸੀਂ ਇਹਦੀ ਪਰਵਰਿਸ਼ ਇੱਕ ਨਾਰਮਲ ਬੱਚੇ ਦੀ ਤਰ੍ਹਾਂ ਕਰਾਂਗੇ। ਤੇ ਅੱਜ ਅਸੀਂ ਇਸ ਨੂੰ ਇਸ ਮੁਕਾਮ ਤੇ ਕਰ ਦਿੱਤਾ ਤੇ ਸਾਨੂੰ ਇੰਨਾ ਹੌਸਲਾ ਹੁੰਦਾ ਜਦੋਂ ਇਹ ਸਰਕਾਰੀ ਨੌਕਰੀ ਮਿਲ ਗਈ ਇਹਨੂੰ। ਤੇ ਹੁਣ ਇਸ ਦੇ ਕੋਲੇ ਵੈਲੀ ਜਿਹੜੀ ਸੀਗੀ ਨੂੰਹ ਸਾਡੀ, ਉਹ ਛੱਡ ਕੇ ਚਲੀ ਗਈ ਇਹਨੂੰ। ਬਿਲਕੁਲ, ਜਿਹੜੀ ਤੁਸੀਂ ਨੂੰਹ ਛੱਡਣ ਦੀ ਗੱਲ ਕਰ ਰਹੇ ਹੋ, ਇਸ ਤੁਹਾਡੇ ਬੱਚੇ ਦੀ ਕਿੰਨੀ ਉਮਰ ਸੀ ਜਦੋਂ ਤੁਸੀਂ ਸ਼ਾਦੀ ਕੀਤੀ? ਉਹ ਕਿਉਂ ਛੱਡ ਕੇ ਚਲੀ ਗਈ? 23 ਸਾਲ ਸੀ ਉਹਦੀ ਉਮਰ ਇਸ ਬੱਚੇ ਦੀ। ਜਦੋਂ ਫਿਰ ਉਸਨੇ ਰਹਿਣਾ ਪਸੰਦ ਨਹੀਂ ਕੀਤਾ। ਪਹਿਲਾਂ ਤਾਂ ਬਹੁਤ ਵਧੀਆ 3 ਮਹੀਨੇ ਸਾਡੇ ਨਾਲ ਰਹੀ, ਉਸ ਤੋਂ ਬਾਅਦ ਉਹਨੂੰ ਪ੍ਰੈਗਨੈਂਸੀ ਹੋ ਗਈ ਤੇ ਉਸ ਤੋਂ ਬਾਅਦ ਪਤਾ ਨਹੀਂ ਉਹ ਕਿਸ ਦੀ ਗੱਲ ਵਿੱਚ ਆ ਗਈ, ਇਹਨੂੰ ਛੱਡ ਕੇ ਚਲੀ ਗਈ ਵੀ ਮੈਂ ਨਹੀਂ ਰਹਿਣਾ ਚਾਹੁੰਦੀ। ਬਿਲਕੁਲ, ਇਸ ਕਹਿੰਦੇ ਨੇ ਔਰਤਾਂ ਮਰਦਾਂ ਨੂੰ ਘੱਟ ਨਹੀਂ ਹੁੰਦੀਆਂ, ਪਰ ਇਸ ਨੇ ਵਿਚਾਰੀ ਨੇ ਹੌਸਲਾ ਨਹੀਂ ਛੱਡਿਆ, ਪੁੱਤ ਪਾਲਿਆ ਤੇ ਵਿਆਹਿਆ 3 ਮਹੀਨੇ ਨੂੰਹ ਰਹੀ, ਪਰ ਉਹ ਵੀ ਤਲਾਕ ਦੇ ਕੇ ਚਲੀ ਗਈ। ਪਰ ਫਿਰ ਵੀ ਹੌਸਲਾ ਨਹੀਂ ਹਾਰਿਆ। ਉਹ ਜਿਹੜੀ ਇਹਨਾਂ ਦੀ ਨੂੰਹ ਸੀ ਉਹ ਪ੍ਰੈਗਨੈਂਟ ਹੋਈ, ਪ੍ਰੈਗਨੈਂਟ ਤੋਂ ਬਾਅਦ ਉਹਦਾ ਤਲਾਕ ਦਾ ਕੇਸ ਚੱਲਿਆ, ਪਰ ਫਿਰ ਵੀ ਉਹ ਬੱਚਾ ਪਹਿਲੇ ਵਿਆਹ ਦਾ ਬੱਚਾ ਜਿਹਨੂੰ ਤਲਾਕ ਤੋਂ ਬਾਅਦ ਫਿਰ ਵੀ ਇਹਨਾਂ ਨੇ ਆਪਦੇ ਕੋਲ ਲਿਆਂਦਾ, ਆਪਦਾ ਲਹੂ ਸਮਝਿਆ, ਆਪਦਾ ਰਿਸ਼ਤਾ ਸਮਝਿਆ। ਫਿਰ ਉਸ ਤੋਂ ਬਾਅਦ ਹੁਣ ਤੁਸੀਂ ਇੱਕ ਬੜੀ ਖੁਸ਼ੀ ਮਨਾ ਰਹੇ ਹੋ। ਹਾਂਜੀ, ਉਸ ਤੋਂ ਬਾਅਦ ਅਸੀਂ ਇਹਦੀ ਦੂਜੀ ਸ਼ਾਦੀ ਹੋ ਗਈ। ਉਹ ਬੱਚੀ ਨਾਰਮਲ ਆ, ਪੜ੍ਹੀ ਲਿਖੀ ਆ, ਨਰਸਿੰਗ ਦਾ ਕੋਰਸ ਕੀਤਾ ਹੋਇਆ, ANM ਦਾ, ਤੇ ਉਹਨੇ ਜੌਬ ਵਾਸਤੇ ਅਪਲਾਈ ਕੀਤਾ ਹੋਇਆ। ਬਹੁਤ ਸੋਹਣੀ ਜ਼ਿੰਦਗੀ ਖੁਸ਼ੀ ਬਤੀਤ ਕਰ ਰਹੇ ਹਾਂ ਕਿਉਂਕਿ ਸਾਡੇ ਘਰੇ ਇੱਕ ਪੋਤਾ ਜਿਹੜਾ ਠੀਕ ਠਾਕ ਬੋਲਦਾ ਚੱਲਦਾ। ਅੱਜ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਬੱਚਾ। ਗੱਲ ਤਾਂ ਦੇਖੋ ਜੀ, ਸਾਰੀ ਤੁਸੀਂ ਇਸ਼ਾਰਿਆਂ ਦੇ ਨਾਲ ਸਮਝਦੇ ਹੋ ਘਰ ਦੇ ਵਿੱਚ। ਹਾਂਜੀ, ਨਹੀਂ, ਇਹਨੂੰ ਅਸੀਂ ਨੇ ਲਿਪ ਰੀਡਿੰਗ ਦਿੱਤੀ, ਦਵਾਈ ਤੇ ਸਪੀਚ ਦੀਆਂ ਕਲਾਸਾਂ ਲਵਾਈਆਂ ਕਿਉਂਕਿ ਅੱਜ ਕੱਲ੍ਹ ਇਹ ਮੇਰੀ ਸਾਰੀ ਬੋਲੀ ਬੁੱਲਾਂ ਤੋਂ ਪਛਾਣ ਲੈਂਦਾ, ਸਾਰੀ ਗੱਲ ਬੋਲ ਕੇ ਕਰ ਲੈਂਦਾ ਕਿਉਂਕਿ ਅਸੀਂ ਇਹਨੂੰ ਲੁਧਿਆਣੇ ਟ੍ਰੇਨਿੰਗਾਂ ਦਿੱਤੀਆਂ ਤੇ ਪਟਿਆਲੇ ਦਵਾਈਆਂ। ਅਸੀਂ ਬਹੁਤ ਇਹਦੇ ਵਾਸਤੇ ਜਿਸ ਤਰ੍ਹਾਂ ਸੌਣ ਦਾ ਸਮਾਂ ਆਉਂਦਾ, ਫਿਰ ਤੁਸੀਂ ਕਿਤੇ ਜਾਣਾ, ਕੋਈ ਰਿਸ਼ਤੇਦਾਰੀ 'ਚ ਆਉਣਾ, ਫਿਰ ਕਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ? ਕਰਕੇ ਦਿਖਾ ਸਕਦੇ ਹੋ ਸਾਨੂੰ? ਅਸੀਂ ਇਹਨੂੰ ਵੀਡੀਓ ਰਾਹੀਂ ਕਹਿੰਦੇ ਆ ਵੀ ਅਸੀਂ ਜਾ ਰਹੇ ਹਾਂ, ਵੀ ਸ਼ਾਮ ਨੂੰ ਆਵਾਂਗੇ, ਵੀ ਫਿਰ ਵੀ ਤੂੰ ਇੱਕ ਜਿੰਦਾ ਲਾ। ਫੋਨ ਤੇ ਗੱਲ ਕਿਸ ਤਰ੍ਹਾਂ ਕਰਦੇ ਹੋ ਜਦੋਂ ਕੋਈ ਇਹਨਾਂ ਲਈ ਫੋਨ ਵੀ ਹੋਊਗਾ? ਹਾਂਜੀ, ਉਹ ਅਸੀਂ ਵੀਡੀਓ ਕਾਲ ਰਾਹੀਂ ਸਾਰੀ ਗੱਲ ਇਹ ਸਾਡੀ ਸਮਝਦਾ, ਸਾਰੀ ਅਸੀਂ ਇਹਦੀ ਸਮਝਦੇ ਹਾਂ। ਕੋਈ ਜਦੋਂ ਕਿਤੇ ਆਉਣਾ ਜਾਣਾ, ਕੋਈ ਮੈਸੇਜ ਵਗੈਰਾ ਕੀ ਕਰਦੇ ਹੋ? ਅਸੀਂ ਮੈਸੇਜ ਕਰ ਦਿੰਦੇ ਹਾਂ, ਇਹ ਵੀ ਸਾਨੂੰ ਮੈਸੇਜ ਕਰ ਦਿੰਦਾ WhatsApp ਤੇ। ਹਾਂਜੀ, ਕਿਉਂਕਿ ਇਹਨੂੰ ਇੰਗਲਿਸ਼ ਪੰਜਾਬੀ ਸਭ ਕੁਝ ਵਧੀਆ ਆਉਂਦਾ। ਬਿਲਕੁਲ, ਕਹਿੰਦੇ ਨੇ ਪਹਿਲੀ ਪਤਨੀ ਤਾਂ ਛੱਡ ਕੇ ਚਲੀ ਗਈ ਪਰ ਦੂਸਰਾ ਵਿਆਹ ਕਰਾਇਆ। ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਹਾਂ। ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਕਈ ਵਾਰੀ ਔਰਤਾਂ ਦਾ ਹੁੰਦਾ ਵੀ ਪਹਿਲਾ ਵਿਆਹ ਹੋਇਆ ਤੇ ਮੈਂ ਕਿਉਂ ਜਾਵਾਂ ਉੱਥੇ। ਹਾਂਜੀ ਸਰ, ਆਪਣੀ ਸੋਚ ਹੁੰਦੀ ਆ। ਮਤਲਬ ਮੈਂ ਵਧੀਆ ਐਜੂਕੇਟਡ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ। ਮੇਰੇ ਫਾਦਰ ਸਾਹਿਬ ਨੇ ਮੇਰਾ ਬਹੁਤ ਹੀ ਜ਼ਿਆਦਾ ਮਤਲਬ ਸਹਿਯੋਗ। ਨਹੀਂ ਕੋਈ ਨਹੀਂ ਬਿਲਕੁਲ, ਇਹ ਚੀਜ਼ਾਂ ਨਹੀਂ, ਇਹ ਚੀਜ਼ਾਂ ਹਿੰਮਤ ਨਹੀਂ ਹਾਰੀ ਨਹੀਂ ਹੁੰਦੀ, ਹਿੰਮਤ ਦਾ ਹਮਾਇਤੀ ਰੱਬ ਹੁੰਦਾ ਹੈ ਨਾ। ਆਪਾਂ ਕਿੱਡੀ ਤੁਹਾਡੀ ਸੋਚ ਦੀ ਕਿੰਨੀ ਵਧੀਆ ਸੋਚ ਆ, ਤੁਸੀਂ ਇਸ ਘਰ ਦੇ ਵਿੱਚ ਆਏ ਹੋ ਹੈ ਨਾ, ਤੁਹਾਨੂੰ ਬੜਾ ਹੌਸਲਾ ਦਿੱਤਾ ਤੁਹਾਡੇ ਮਾਂ-ਬਾਪ ਨੇ, ਤੁਹਾਨੂੰ ਐਡਾ ਕਦਮ ਤੁਹਾਡੇ ਲਈ ਚੁੱਕਿਆ। ਦੇਖੋ ਇੱਕ ਰਿਸ਼ਤਾ ਤੁਸੀਂ ਇੱਥੇ ਅਪਣਾਇਆ, ਆ ਕੇ ਇਸ ਘਰ ਦੇ ਵਿੱਚ ਵਿਚਰ ਰਹੇ ਹੋ ਤੁਸੀਂ। ਹਾਂਜੀ ਸਰ, ਬਹੁਤ ਵਧੀਆ। ਪਹਿਲਾਂ ਮੇਰੇ ਮੰਮਾ ਨਹੀਂ ਸੀ ਮੰਨਦੇ, ਉਹ ਕਹਿੰਦੇ ਸੀ ਵੀ ਤੂੰ ਸਾਨੂੰ ਲੋਕ ਕੀ ਕਹਿਣਗੇ, ਨਾ ਪੜ੍ਹਾ ਲਿਖਾ ਕੇ ਕੁੜੀ ਵੀ ਤੁਸੀਂ ਸੁੱਟਤੀ, ਕੰਧਾਂ ਨਾਲ ਗੱਲਾਂ ਕਰੇਂਗੀ ਜਾਂ ਕੁਛ ਵੀ।
ਤੇ ਵੀ ਅਸੀਂ ਰਿਸ਼ਤੇਦਾਰਾਂ ਨੂੰ ਕੀ ਮੂੰਹ ਦਿਖਾਵਾਂਗੇ। ਉਹ ਬਹੁਤ ਰੋਂਦੇ ਸੀ ਰੋਜ਼। ਮੈਂ ਕਹਿੰਦੀ ਸੀ ਨਹੀਂ। ਇਹ ਬੇਟਾ ਤੁਹਾਡੀ ਸੋਚ ਦੀ ਹੈ? ਹਾਂਜੀ ਮੇਰੀ ਸੀ। ਮੈਂ ਪਾਪਾ ਨਾਲ ਗੱਲ ਕੀਤੀ ਤੇ ਮੰਮੀ ਪਾਪਾ ਨੂੰ ਮੈਂ ਐਗਰੀ ਕੀਤਾ। 1 ਮਹੀਨੇ ਦੇ ਵਿੱਚ ਮੈਂ ਇਹਨਾਂ ਨਾਲ ਮੈਰਿਜ ਕਰਵਾਈ। 1 ਮਹੀਨੇ ਦੇ ਵਿੱਚ ਅਰੇਂਜ ਮੈਰਿਜ ਕਰਵਾਈ। ਬਿਲਕੁਲ ਤੁਹਾਡੇ ਮਾਤਾ ਪਿਤਾ ਦਾ ਵੀ ਵੱਡਾ ਬਹੁਤ ਪਿਆਰ ਕਰਦੇ ਆ ਉਹ ਇਹਨਾਂ ਨੂੰ, ਤੇ ਇਹ ਵੀ ਮੰਮਾ ਦਾ ਬਹੁਤ ਪਿਆਰ ਕਰਦੇ ਆ। ਜਦੋਂ ਪਾਪਾ ਬਿਮਾਰ ਹੋ ਜਾਂਦੇ ਜਦੋਂ ਕਹਿੰਦੇ ਕਿ ਤੂੰ ਚਲ ਜਾ, ਵੀ ਉਹਨਾਂ ਨੂੰ ਤੇਰੀ ਜ਼ਰੂਰਤ ਆ, ਮਤਲਬ ਬਹੁਤ ਪਿਆਰ ਕਰਦੇ ਆ। ਜਦੋਂ ਤੁਹਾਡੀ ਮੈਰਿਜ ਹੋਈ, ਮੈਰਿਜ ਤੋਂ ਬਾਅਦ ਤੁਹਾਨੂੰ ਵੀ ਕੋਈ ਨਾ ਕੋਈ ਮੁਸ਼ਕਲ ਦਾ, ਜਿਸ ਤਰ੍ਹਾਂ ਸੈਨਾਂ ਦੇ ਰਾਹੀਂ ਕਿਸ ਤਰ੍ਹਾਂ? ਨਹੀਂ ਸਰ, ਮੈਨੂੰ ਇੰਨੀ ਪ੍ਰੋਬਲਮ ਨਹੀਂ ਆਈ। ਇਹਨਾਂ ਨੇ ਮੈਨੂੰ ਮਤਲਬ ਜਦੋਂ ਮੇਰੀ ਮੈਰਿਜ ਦੇਖਿਆ ਹੀ ਸੀ ਇਹਨਾਂ ਨੇ ਮੈਨੂੰ ਮਤਲਬ ਇਹਨਾਂ ਨੇ ਐਪ ਭੇਜਿਆ ਸੀ ਸਾਈਨ ਲੈਂਗੁਏਜ, ਵੀ ਤੂੰ ਇਹ ਸਿੱਖ ਲਾ। ਮੈਂ ਬਹੁਤ ਛੇਤੀ ਮਤਲਬ ਉਹ ਚੀਜ਼ ਸਿੱਖ ਗਈ ਹੈ ਨਾ। ਤੇ ਹੁਣ ਇਹ ਫਿਰ ਹੌਲੀ ਹੌਲੀ ਮੈਨੂੰ ਆਪਣੇ ਆਪ ਸਿਖਾਉਂਦੇ ਸੀਗੇ, ਤੇ ਬਹੁਤ ਹੀ ਜਲਦੀ ਮੈਂ ਇਹਨਾਂ ਨੂੰ ਮਤਲਬ ਕਵਰ ਕਰ ਗਈ। ਬਿਲਕੁਲ ਗ੍ਰੈਜੂਏਟੋਂ ਬੜੀ ਪ੍ਰੋਬਲਮ ਆਉਂਦੀ ਆ ਕਿ ਉਹ ਨਾਲ ਦੀਆਂ ਸਹੇਲੀਆਂ ਵੀ ਕਹਿੰਦੀਆਂ ਨੇ ਤੇ ਰਿਸ਼ਤੇਦਾਰ ਵੀ ਕਹਿੰਦੇ ਨੇ ਤੂੰ ਬੇਟਾ ਐਡਾ ਕਦਮ ਚੁੱਕ ਰਹੀ ਆ। ਸਾਰੇ ਬੋਲਦੇ ਸੀ, ਬਟ ਮੈਂ ਕਹਿੰਦੀ ਸੀ ਕਿ ਨਹੀਂ, ਮੇਰੀ ਆਪਣੀ ਲਾਈਫ ਆ। ਮੈਨੂੰ ਮੇਰੀ ਜ਼ਿੰਦਗੀ 'ਚ ਮੈਨੂੰ ਲੱਗਦਾ ਹੈ ਕਿ ਮੈਨੂੰ ਜਿੰਨੀ ਇਹ ਕਦਰ ਕਰ ਪਾਊਗਾ ਵੀ ਸ਼ਾਇਦ ਕੋਈ ਸੁਣਨ ਵਾਲਾ ਜਾਂ ਬੋਲਣ ਵਾਲਾ ਨਾ ਮੇਰੀ ਰਿਸਪੈਕਟ ਨਹੀਂ ਕਰ ਸਕਦਾ ਜਿੰਨਾ ਇਹ ਮੇਰੀ ਕਰਦਾ। ਬਟ ਮੈਨੂੰ ਹਰ ਇੱਕ ਚੀਜ਼ ਦੀ, ਕਿਤੇ ਵੀ ਜੋ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਮੈਨੂੰ ਇਹਨਾਂ ਨੇ ਕਦੀ ਨਹੀਂ ਕਿਹਾ ਵੀ ਨਹੀਂ ਜੋਤ ਆਹ ਚੀਜ਼ ਆਪਾਂ ਕਰਨੀ ਨਹੀਂ ਜਾਂ ਆਹ ਚੀਜ਼ ਆਪਾਂ ਲੈਣੀ ਨਹੀਂ। ਮਤਲਬ ਕੁਛ ਵੀ ਆ, ਐਵਰੀਥਿੰਗ ਇਹ ਮੇਰੇ ਸਪੋਰਟ ਕਰਦੇ ਆ, ਬਹੁਤ ਵਧੀਆ ਨੇ। ਸ਼ਾਇਦ ਮੈਨੂੰ ਆਵਾਜ਼ ਬੋਲਣ ਵਾਲਾ ਵੀ ਇੰਨਾ ਵਧੀਆ ਨਾ ਮਿਲਦਾ। ਬਿਲਕੁਲ ਬਹੁਤ ਵਧੀਆ ਸੋਚ ਆ। ਕਹਿਣਾ ਕਿ ਜੇ ਕੋਈ ਬੋਲਣ ਵਾਲਾ ਹੁੰਦਾ ਤਾਂ ਉਹ ਵੀ ਮੇਰੀਆਂ ਉਮੀਦਾਂ ਤੇ ਖਰਾ ਨਾ ਉਤਰਦਾ, ਪਰ ਮੈਂ ਆਪਦੇ ਮਨ ਦੀ ਪਸੰਦ ਨਾਲ ਇਹ 'ਚ ਵੈਸਾ ਮੁੰਡਾ ਪਰ ਮਿਲਾਉਂਦਾ। ਸਹਿਯੋਗ ਪ੍ਰਮਾਤਮਾ ਦੇ ਦਰ ਤੋਂ ਹੀ ਹੁੰਦੇ ਨੇ। ਇਨਸਾਨ ਦੇ ਜਿੱਥੇ ਸਹਿਯੋਗ ਹੁੰਦੇ ਨੇ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ। ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਖੜੇ ਨੇ। ਕਿਸ ਤਰ੍ਹਾਂ ਦੇਖ ਰਹੇ ਹੋ ਇੱਕ ਬੱਚਾ, ਐਡੀਆਂ ਬੁਲੰਦੀਆਂ ਤੁਸੀਂ ਲੈ ਕੇ ਬੜੀ ਮਿਹਨਤ ਕਰਨੀ ਪਈ? ਨਹੀਂ, ਉਹ ਪਰਮਾਤਮਾ ਦੀ ਕਿਰਪਾ ਹੀ ਸਾਰੀ। ਉਹਨੇ ਹੀ ਬਲ ਦਿੱਤਾ ਸਾਨੂੰ ਸਾਰਾ, ਜੋ ਕੁਛ ਕਰਨ ਜੋਗੇ ਉਹ ਨਹੀਂ ਕਰਨ ਜੋਗੇ ਲਾਇਆ ਕਰਿਆ ਸਾਨੂੰ। ਬਸ ਸਾਰੀ ਮਿਹਨਤ ਵੀ ਉਸ ਨੇ ਕਰਵਾਈ ਹੈ, ਪੈਸਾ ਵੀ ਉਸ ਨੇ ਦਿੱਤਾ। ਸਾਡੇ ਕੋਲ ਕੁਛ ਵੀ ਨਹੀਂ ਸੀ ਪਹਿਲਾਂ, ਬਹੁਤ ਗਰੀਬੀ ਕੱਟੀ ਅਸੀਂ ਨੇ ਪਹਿਲਾਂ। ਜਦੋਂ ਇਹਦਾ ਜਨਮ ਹੋਇਆ ਬਹੁਤ ਜਿਹਨੇ ਤੰਗੀ ਸੀਗਾ ਪੂਰਾ। ਅੱਜ ਦੀ ਘੜੀ 'ਚ ਤਾਂ ਚਲੋ ਪਰਮਾਤਮਾ ਦੀ ਕਿਰਪਾ ਬਹੁਤ ਸਾਡੇ 'ਤੇ। ਜਦੋਂ ਇਹਨੂੰ ਪੜ੍ਹਾਈ ਦਾ ਕੰਮ ਕਰਾਉਣਾ ਸੀ ਅਸੀਂ ਨੇ, ਜਿਹਨੇ ਪਰਮਾਤਮਾ ਆਪਣੇ ਆਪ ਹੀ ਹੀਲਾ ਕਰੀ ਜਾਂਦਾ ਸੀਗਾ ਸਾਰਾ। ਬਿਲਕੁਲ ਸਾਰੇ ਪਾਸੇ। ਸਭ ਤੋਂ ਵੱਡੀ ਗੱਲ ਇਹ ਆ, ਜਿਸ ਤਰ੍ਹਾਂ ਜਦੋਂ ਬੱਚਾ ਜਵਾਨ ਹੁੰਦਾ ਤਾਂ ਮਾਤਾ ਪਿਤਾ ਨੂੰ ਉਹਦੇ ਵਿਆਹ ਦਾ ਫਿਕਰ ਪੈ ਜਾਂਦਾ ਵੀ ਸਾਡੇ ਬੱਚੇ ਦਾ ਵਿਆਹ ਕਿਸ ਤਰ੍ਹਾਂ ਹੋਊਗਾ, ਸਾਡਾ ਬੱਚਾ ਬੋਲ ਨਹੀਂ ਪਾਉਂਦਾ, ਬੱਚਾ ਸਾਡਾ ਸੁਣ ਨਹੀਂ ਪਾਉਂਦਾ। ਸਭ ਤੋਂ ਵੱਡੀ ਤਾਂ ਪ੍ਰੋਬਲਮ ਇਹੀ ਹੁੰਦੀ ਹੈ ਜੀ, ਬੱਚੇ ਨੂੰ ਪੜ੍ਹਾ ਵੀ ਲੈਂਦਾ ਬੰਦਾ। ਜ਼ਿਆਦਾ ਪ੍ਰੋਬਲਮ ਵੱਡੀ ਤਾਂ ਵਿਆਹੁਣ ਦੀ ਹੋ ਜਾਂਦੀ ਹੈ। ਵਿਆਹੁਣ ਤਾਂ ਚਲੋ ਇਹਦੇ ਸੰਜੋਗ ਹੀ ਬੜੇ ਕਾਲੇ ਸੀਗੇ। ਇਹਨੂੰ ਪਹਿਲਾਂ ਤੋਂ ਹੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸੀ, ਸੋਹਣਾ ਸੁਨੱਖਾ ਹੋਣ ਕਰਕੇ। ਚਲੋ ਘਰ-ਬਾਰ ਠੀਕ ਹੋਣ ਕਰਕੇ ਚਲੋ ਇਹਦੇ ਸੰਜੋਗ ਇੰਨੇ ਕਾਲੇ ਸੀਗੇ, ਇਹਦੇ ਰਿਸ਼ਤੇ ਪਹਿਲਾਂ ਹੋ ਗਿਆ ਬਹੁਤ ਜਲਦੀ। ਚਲੋ ਉਹ ਲੜਕੀ ਨੂੰ ਨਹੀਂ ਫਿੱਟ ਬੈਠਿਆ, ਉਹ ਛੱਡ ਗਈ ਇਹਨੂੰ ਵਿਚਾਰੇ ਨੂੰ, ਤੇ ਇਹ ਲੜਕੀ ਨੇ ਆਪਣੇ ਆਪ ਇਹਦੇ ਨਾਲ ਸ਼ਾਦੀ ਕਰਾਈ ਆ ਬਾਅਦ ਚੋਂ। ਬਿਲਕੁਲ ਵਧੀਆ ਸੋਚ ਆ। ਅਸੀਂ ਵੀ ਗੱਲ ਪਰ ਹਾਂਜੀ ਬਿਲਕੁਲ ਹਾਂਜੀ ਇਸ਼ਾਰਿਆਂ ਨਾਲ ਸਮਝਾ ਰਹੇ ਨੇ, ਤੁਸੀਂ ਦੇਖ ਸਕਦੇ ਹੋ, ਪਰ ਬੋਲ ਨਹੀਂ ਪਾਉਂਦਾ। ਬਿਲਕੁਲ ਖਾਣੇ ਦਾ ਟਾਈਮ ਦੇਖ ਸਕਦੇ ਹੋ ਤੁਸੀਂ। ਕਹਿੰਦੇ ਵੀ ਮੈਂ ਸਵੇਰ ਦੁਪਹਿਰੇ ਸ਼ਾਮ ਮੈਂ ਪ੍ਰੋਪਰ ਟਾਈਮ ਤੇ ਵੀ ਮੈਂ ਖਾਣਾ ਖਾਣਾ ਸੁਬਹ। ਹੌਲੀ ਹੌਲੀ ਕਹਿੰਦੇ ਫਾਸਟ ਵੀ ਚੱਲਦਾ, ਪਤਾ ਨਹੀਂ ਕਹਿੰਦੀ ਹੌਲੀ ਸਮਝਾਓ ਨਾ। ਹੌਲੀ ਸਮਝਾਓ। ਕਹਿੰਦੇ ਪਹਿਲਾਂ ਬਿਲਕੁਲ ਵਧੀਆ ਕਹਿੰਦੇ ਨੇ। ਪਹਿਲਾਂ ਮੈਂ DTI ਕੀਤੀ, DCA ਕੀਤੀ। ਇਹ ਕਹਿੰਦੇ ਨੇ ਵੀ ਮੈਂ DCA DIT ਤੇ ਟਾਈਪਿੰਗ ਦੇ ਮੈਂ ਸਾਰੇ ਟੈਸਟ ਜਿਹੜੇ ਆ ਗੌਰਮੈਂਟ ਮੈਂ ਸਾਰੇ ਆਫਿਸ 'ਚ ਵੀ ਸਭ ਤੋਂ ਪਹਿਲਾਂ ਕਲੀਅਰ ਕੀਤੇ ਆ। ਆਵਾਜ਼ ਵਾਲਿਆਂ ਨੇ ਵੀ ਉਨੀ ਜਲਦੀ ਨਹੀਂ ਕਲੀਅਰ ਕੀਤੇ, ਵੀ ਮੈਂ ਸਭ ਤੋਂ ਪਹਿਲਾਂ ਕਲੀਅਰ ਕੀਤੇ ਨੇ। ਗੌਰਮੈਂਟ ਸਾਰੇ ਇਹਨਾਂ ਦੇ ਆਫਿਸ ਵੀ ਕਹਿੰਦੇ ਨੇ ਕਿ ਇਹ ਸਾਰਿਆਂ ਨਾਲੋਂ ਜ਼ਿਆਦਾ ਐਕਟਿਵ ਹੈ। ਵੀ ਜਦੋਂ ਜ਼ਿਆਦਾ ਕੰਮ ਹੋ ਜਾਂਦਾ ਉਹ ਇਹਨਾਂ ਨੂੰ ਦਿੰਦੇ ਨੇ ਕਿ ਤੂੰ ਜਦੋਂ ਆਫਿਸ ਕੰਮ ਜ਼ਿਆਦਾ ਹੁੰਦਾ ਤੇ ਨੀਚੇ ਆਓ ਜਲਦੀ ਕੰਮ। ਇੱਕ ਚੀਜ਼ ਸਾਰਿਆਂ 'ਚ ਮੈਨੂੰ ਇਹਨਾਂ ਦੀ ਇਹ ਵਧੀਆ ਲੱਗਦੀ ਹੈ, ਸ਼ਾਇਦ ਮੇਰੇ ਫਾਦਰ ਸਾਹਿਬ ਦੇ ਵਿੱਚ ਵੀ ਆ। ਅੱਗੇ ਮੰਮਾ ਕਹਿੰਦੇ ਹੁੰਦੇ ਸੀ ਕਿ ਤੁਸੀਂ ਆਉਂਦੇ ਨਹੀਂ, ਲੇਟ ਆਉਂਦੇ ਹੋ। ਤੇ ਇਹ ਜੇ ਬਿਜ਼ੀ ਨੇ, ਇਹਨਾਂ ਨੂੰ ਆਫਿਸ ਕੰਮ ਜ਼ਿਆਦਾ ਵਾ ਤੇ ਇਹ ਜਲਦੀ ਨਹੀਂ ਆਉਂਦੇ। 5 ਵਜੇ ਤੱਕ ਇਹਨਾਂ ਦੀ ਡਿਊਟੀ ਹੁੰਦੀ ਹੈ ਤੇ ਪਰ ਆਉਂਦੇ ਨਹੀਂ। ਇਹ ਆਉਣਗੇ 8 ਵਜੇ, ਮੈਨੂੰ ਕਹਿਣਗੇ ਮੈਂ 8 ਵਜੇ ਆਊਂਗਾ, 7 ਵਜੇ ਆਊਂਗਾ। ਦਫ਼ਤਰੀ ਕੰਮ ਕਰਕੇ ਪੂਰਾ ਠੀਕ ਕਰਕੇ ਵੀ ਮੈਂ ਕੱਲ੍ਹ ਤੇ ਨਹੀਂ ਛੱਡਣਾ, ਅੱਜ ਹੀ ਮੈਂ ਪੂਰਾ ਕੰਮ ਕਰਕੇ ਘਰ ਆਊਂਗਾ। ਬਿਲਕੁਲ ਕਹਿੰਦੇ ਨੇ
ਪਰਮਾਤਮਾ ਹਰ ਇੱਕ ਦੇ ਵਿੱਚ ਵਸਦਾ, ਜੋ ਉਮੀਦਾਂ ਤੇ ਬੰਦਾ ਖਰਾ ਉਤਰਦਾ ਪਰਮਾਤਮਾ ਵੀ ਉਸ ਦੇ ਨਾਲ ਚੱਲਦਾ। ਜੋ ਸੋਚੀਏ ਉਹ ਜ਼ਰੂਰ ਹੋ ਜਾਂਦਾ, ਪਰ ਮਨ ਦੇ ਵਿੱਚ ਕੋਈ ਫਰਕ ਨਾ ਰੱਖੀਏ। ਕਿਸ ਤਰ੍ਹਾਂ ਪਤੀ ਪਤਨੀ ਇੱਕ ਦੂਸਰੇ ਨੂੰ ਇਸ਼ਾਰਿਆਂ ਦੇ ਨਾਲ ਸਮਝਾਇਆ। ਸਰਕਾਰੀ ਨੌਕਰੀ ਪੁੱਡਾ ਦੇ ਵਿੱਚ ਤੈਨਾਤ ਆ, 5 ਵਜੇ ਡਿਊਟੀ ਖਤਮ ਹੁੰਦੀ ਹੈ, ਕਹਿੰਦੇ 8 ਵਜੇ ਘਰ ਆਉਂਦਾ। ਕੋਈ ਅਧੂਰਾ ਸਰਕਾਰੀ ਕੰਮ ਛੱਡ ਕੇ ਨਹੀਂ ਦਿੰਦਾ, ਸਾਰੇ ਕੰਮ ਪੂਰੇ ਕਰਕੇ ਫਿਰ ਇਹ ਘਰ ਪਰਤਦਾ। ਬਿਲਕੁਲ ਵਧੀਆ ਸੋਚ ਆ, ਵਧੀਆ ਪਰਿਵਾਰ ਆ। ਇੱਕ ਮਾਂ-ਬਾਪ ਦਾ ਵੱਡਾ ਹੌਸਲਾ, ਇੱਕ ਪਤਨੀ ਦੇ ਚਲੇ ਜਾਣਾ, ਦੂਸਰੀ ਪਤਨੀ ਦਾ ਕਿੱਡਾ ਹੌਸਲਾ ਪਿਆ। ਗ੍ਰੈਜੂਏਟ ਆ, ਤੁਸੀਂ ਦੇਖ ਸਕਦੇ ਹੋ, ਜਿਹਨੇ ਇਸ ਘਰ ਦੇ ਵਿੱਚ ਆਪਣਾ ਪਿਆਰ ਵਧਾਇਆ, ਆਪਣਾ ਰਿਸ਼ਤਾ ਬਣਾਇਆ। ਪਰ ਅਜਿਹੇ ਲੋਕ ਘੱਟ ਹੁੰਦੇ ਨੇ ਜੋ ਅਜਿਹੀਆਂ ਉਮੀਦਾਂ ਤੇ ਖਰੇ ਉਤਰਦੇ ਨੇ। ਡੇਲੀ ਪੋਸਟ ਪੰਜਾਬੀ ਲਈ ਨਾਭਾ ਤੋਂ ਹਰਮੀਤ ਸਿੰਘ ਮਾਨ।